BSc ਸਮੈਸਟਰ 3rd ਪੰਜਾਬੀ ਕੰਪਲਸਰੀ ਨਾਵਲ ਖੇਤਾਂ ਦਾ ਰੁਦਨ। ਖੇਤਾਂ ਦਾ ਰੁਦਨ ਨਾਵਲ ਦੇ ਪਾਤਰਾਂ ਦੀ ਘਾੜਤ ਸੰਬੰਧੀ ਆਪਣੇ ਵਿਚਾਰ ਪੇਸ਼ ਕਰੋ ਜਾਂ ਖੇਤਾਂ ਦਾ ਰੁਦਨ ਨਾਵਲ ਦੇ ਚਰਿੱਤਰ ਚਿਤਰਣ ਬਾਰੇ ਆਪਣੇ ਵਿਚਾਰ ਪ੍ਰਗਟ ਕਰੋ। ਖੇਤਾਂ ਦਾ ਰੁਦਨ ਨਾਵਲ ਦੇ ਸਾਰੇ ਪਾਤਰ ਸਾਡੇ ਆਮ ਸ਼ਹਿਰੀ ਤੇ ਪੇਂਡੂ ਜੀਵਨ ਵਿੱਚੋਂ ਲਏ ਗਏ ਹਨ। ਇਹਨਾਂ ਵਿੱਚੋਂ ਬਹੁਤੇ ਕਾਲਜ ਅਧਿਆਪਕ, ਕਿਸਾਨ ਆਗੂ, ਆਮ ਕਿਸਾਨ ਤੇ ਫੈਕਟਰੀਆਂ ਦੀ ਮਜ਼ਦੂਰ ਯੂਨੀਅਨ ਦੇ ਆਗੂ ਜਾਂ ਮਜ਼ਦੂਰ ਹਨ। ਰਵੀ, ਮਾਲਤੀ, ਸ਼ਿਵ, ਸਰਬਜੀਤ, ਪ੍ਰੋਫੈਸਰ ਹੀਰਾ ਸਿੰਘ ਉੱਪਲ, ਡਾਕਟਰ ਰਾਜ ਕ੍ਰਿਸ਼ਨ, ਡਾਕਟਰ ਗੌਰਵ ਅਤੇ ਅਵਿਨਾਸ਼ ਇਹਨਾਂ ਵਿੱਚੋਂ ਮਹੱਤਵਪੂਰਨ ਹਨ। ਇਹ ਸਾਰੇ ਹੀ ਨਾਵਲਕਾਰ ਦੁਆਰਾ ਆਪਣੇ ਵਿਸ਼ੇ ਦੇ ਭਿੰਨ ਭਿੰਨ ਪੱਖਾਂ ਨੂੰ ਪੇਸ਼ ਕਰਨ ਤੇ ਕਲਾ ਜੁਗਤਾਂ ਦੀ ਵਰਤੋਂ ਕਰਨ ਲਈ ਲਿਆਂਦੇ ਗਏ ਹਨ। ਉਹ ਨਾਵਲ ਵਿੱਚ ਛੋਹੇ ਗਏ ਵਿਸ਼ੇ ਦੇ ਵੱਖ ਵੱਖ ਪੱਖਾਂ ਦੀ ਪ੍ਰਤੀਨਿਧਤਾ ਕਰਦੇ ਹਨ। ਰਵੀ ਇਸ ਨਾਵਲ ਦਾ ਨਾਇਕ ਹੈ, ਜਿਸ ਰਾਹੀਂ ਨਾਵਲਕਾਰ ਨੇ ਸਾਡੇ ਦੇਸ਼, ਖਾਸ ਕਰ ਪੰਜਾਬੀ ਜੀਵਨ ਵਿੱਚ ਕਾਰਪੋਰੇਟ ਪੂੰਜੀ ਦੇ ਵਰਤਾਰੇ ਨੂੰ ਪੇਸ਼ ਕੀਤਾ ਹੈ। ਉਸੇ ਦੁਆਰਾ ਹੀ ਵਿਸ਼ੇ ਤੇ ਇਸ ਪੱਖ ਨੂੰ ਆਪਣੇ ਦੋਸਤ ਕਿਸਾਨ ਆਗੂ ਸਰਬਜੀਤ ਦੀ ਸਹਾਇਤਾ ਨਾਲ ਭਿੱਖੀ ਖੇਤਰ ਦੇ ਬੁਲਾਰਪੁਰ ਸਮੇਤ ਕੁਝ ਪਿੰਡਾਂ ਵਿੱਚ ਹੋਈਆਂ ਕਿਸਾਨ ਖੁਦਕੁਸ਼ੀਆਂ ਦੇ ਕਾਰਨਾਂ ਤੇ ਉਹਨਾਂ ਦੇ ਪਰਿਵਾਰਾਂ ਅਤੇ ਬੱਚਿਆਂ ਉੱਪਰ ਪਏ ਪ੍ਰਭਾਵਾਂ ਸੰਬੰਧੀ ਵੱਖ ਵੱਖ ਪਾਤਰਾਂ ਨੂੰ ਮਿਲ ਕੇ ਕਿਸੇ ਅਧਿਐਨ ਤੇ ਸਰਵੇ ਦੇ ਆਧਾਰ ਤੇ ਸਪਸ਼ਟ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸਦਾ ਦੋਸਤ ਮਜ਼ਦੂਰ ਯੂਨੀਅਨ ਦਾ ਆਗੂ ਸ਼ਿਵ ਬੰਦ ਹੋ ਚੁੱਕੇ ਕਾਰਖਾਨਿਆਂ ਵਿੱਚ ਅੰਕੜੇ ਇਕੱਠੇ ਕਰਨ ਤੇ ਮਜ਼ਦੂਰ ਜਮਾਤ ਵਿੱਚ ਪਸਰ ਰਹੀ ਬੇਰੁਜ਼ਗਾਰੀ, ਘੱਟ ਤਨਖਾਹਾਂ ਤੇ ਮਹਿੰਗਾਈ ਕਾਰਨ ਫੈਲੀ ਭੁੱਖਮਰੀ ਦੀ ਹਾਲਤ ਨੂੰ ਸਾਹਮਣੇ ਲਿਆਉਣ ਵਿੱਚ ਉਸਦੀ ਸਹਾਇਤਾ ਕਰਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਕਾਲਜਾਂ ਵਿੱਚ ਹੋ ਰਹੀ ਕੁਆਲੀਫਾਈਡ ਅਧਿਆਪਕਾਂ ਦੀ ਦੁਰਦਸ਼ਾ ਤੇ ਸ਼ੋਸ਼ਣ ਨੂੰ ਪੇਸ਼ ਕਰਨ ਵਿੱਚ ਉਸਦਾ ਆਪਣਾ ਅਨੁਭਵ ਪ੍ਰੋਫੈਸਰ ਸਲੀਲ ਮਲਹੋਤਰਾ, ਪ੍ਰੋਫੈਸਰ ਉੱਪਲ ਤੇ ਰਜਨੀਬਾਲਾ ਆਦਿ ਪਾਤਰ ਸਹਾਇਕ ਬਣੇ ਹਨ। ਇਸ ਤੋਂ ਇਲਾਵਾ ਮਾਲਤੀ ਇਸ ਨਾਵਲ ਵਿੱਚ ਕਾਰਪੋਰੇਟ ਪੂੰਜੀ ਤੇ ਖਪਤਕਾਰ ਸੱਭਿਆਚਾਰ ਵਾਲੇ ਹੁਲਾਰੇ ਦੀ ਜੀਵਨ ਜਾਂਚ ਦੀ ਪ੍ਰਤੀਨਿਧਤਾ ਕਰਦੀ ਹੈ, ਜੋ ਸਭ ਰਵਾਇਤਾਂ, ਮਾਨਤਾਵਾਂ ਤੇ ਪਰੰਪਰਾਵਾਂ ਨੂੰ ਤਾਕ ਤੇ ਰੱਖ ਕੇ ਆਪਣੇ ਸੁੱਖ ਆਨੰਦ ਲਈ ਸੋਚਦੀ ਹੈ। ਉਹ ਆਪਣੇ ਸਵਾਰਥ ਦੀ ਪੂਰਤੀ ਲਈ ਰਵੀ ਨਾਲ ਪਿਆਰ ਪਾ ਕੇ ਫਿਰ ਉਸਨੂੰ ਧੋਖਾ ਦੇ ਦਿੰਦੀ ਹੈ ਤੇ ਚੁਸਤੀ ਚਲਾਕੀ ਨਾਲ ਪਾਕ ਪਵਿੱਤਰ ਬਣਦੀ ਹੋਈ ਅਵਿਨਾਸ਼ ਨਾਲ ਵਿਆਹ ਕਰਾ ਲੈਂਦੀ ਹੈ। ਉਹ ਆਪਣਾ ਮਤਲਬ ਕੱਢਣ ਲਈ ਕਿਸੇ ਦਾ ਵੀ ਪੈਰ ਮਿੱਧ ਸਕਦੀ ਹੈ। ਆਪਣੇ ਚਰਿੱਤਰ ਦੇ ਇਸ ਔਗੁਣ ਕਰਕੇ ਉਹ ਨਾਵਲ ਵਿੱਚ ਸ਼ਾਸਤਰੀ ਨਾਇਕਾ ਨਹੀਂ ਸਗੋਂ ਕਾਰਪੋਰੇਟਰੀ ਨਾਇਕਾ ਦਾ ਦਰਜਾ ਪ੍ਰਾਪਤ ਕਰਦੀ ਹੈ। ਇਸ ਤੋਂ ਇਲਾਵਾ ਨਾਵਲਕਾਰ ਨੇ ਖੁਦਗਰਜੀ ਤੇ ਹਿਊਮੇ ਭਰੇ ਚਰਿੱਤਰ ਵਾਲੇ ਕਮਿਊਨਿਸਟ ਤੇ ਟਰੇਡ ਯੂਨੀਅਨ ਆਗੂਆਂ ਨੂੰ ਨਾਵਲ ਵਿੱਚ ਲਿਆਂਦਾ ਹੈ। ਉਸ ਤੋਂ ਗਿੱਦੜ ਕੁੱਟ ਖਾਣ ਵਾਲਾ ਨੌਕਰ ਨਾਵਲਕਾਰ ਦੀ ਢਹਿੰਦੀ ਕਲਾ ਵਿੱਚ ਵਿਚਰ ਰਹੀ ਮਾਨਸਿਕ ਸਥਿਤੀ ਨੂੰ ਚੜ੍ਹਦੀ ਕਲਾ ਦੀ ਭਾਣ ਚੜ੍ਹਾ ਉਸਨੂੰ ਆਪਣਾ ਰਚਨਾਤਮਕ ਕਾਰਜ ਸਿਰੇ ਚੜ੍ਹਾਉਣ ਲਈ ਤਿਆਰ ਕਰ ਦਿੰਦੇ ਹਨ। ਇਸ ਤਰ੍ਹਾਂ ਉਹ ਨਾਵਲ ਦੇ ਪਲਾਟ ਵਿੱਚ ਇੱਕ ਤਿੱਖਾ ਮੋੜ ਪੈਦਾ ਕਰਨ ਤੇ ਉਸਨੂੰ ਜ਼ੋਰਦਾਰ ਸਿਖਰ ਉੱਤੇ ਪਹੁੰਚਾਉਣ ਵਿੱਚ ਸਹਾਇਤਾ ਕਰਦੇ ਹਨ। ਨਾਵਲ ਵਿੱਚ ਸਾਰੇ ਪਾਤਰ ਕੁਦਰਤੀ, ਯਥਾਰਥਕ ਤੇ ਮਨੋਵਿਗਿਆਨਕ ਹਨ। ਉਹਨਾਂ ਦੇ ਚਰਿੱਤਰ ਚਪਟੇ ਨਹੀਂ ਸਗੋਂ ਗੋਲ ਹਨ। ਉਹ ਸਮੇਂ ਤੇ ਪਰਿਸਥਿਤੀਆਂ ਅਨੁਸਾਰ ਬਦਲਦੇ ਤੇ ਕਾਰਜ ਕਰਦੇ ਹਨ। ਨਾਵਲਕਾਰ ਨੇ ਉਹਨਾਂ ਦੇ ਚਰਿੱਤਰ ਚਿਤਰਣ ਲਈ ਆਪਣੇ ਬਿਆਨ ਤੇ ਪਾਤਰਾਂ ਦੀ ਵਾਰਤਾਲਾਪ ਤੋਂ ਕੰਮ ਲਿਆ ਹੈ। ਸਮੁੱਚੇ ਤੌਰ ਤੇ ਇਸ ਨਾਵਲ ਦੇ ਪਾਤਰਾਂ ਦੀ ਘਾੜਤ ਕਲਾਪੂਰਨ ਤੇ ਬੇਮਿਸਾਲ ਹੈ। ਰਵੀ ਰਵਿੰਦਰ ਸਿੰਘ ਸਹੋਤਾ ਦਾ ਚਰਿੱਤਰ ਚਿਤਰਣ ਕਰੋ ਜਾਂ ਖੇਤਾਂ ਦਾ ਰੁਦਨ ਨਾਵਲ ਦਾ ਨਾਇਕ ਕੌਣ ਹੈ, ਉਸਦਾ ਚਰਿੱਤਰ ਚਿਤਰਣ ਕਰੋ। ਜਾਂ ਖੇਤਾਂ ਦਾ ਰੁਦਨ ਨਾਵਲ ਵਿੱਚੋਂ ਤੁਹਾਨੂੰ ਕਿਹੜਾ ਪਾਤਰ ਵਧੇਰੇ ਪਸੰਦ ਹੈ, ਉਸਦਾ ਚਰਿੱਤਰ ਚਿਤਰਣ ਕਰੋ। ਰਵੀ ਰਵਿੰਦਰ ਸਿੰਘ ਸਹੋਤਾ ਖੇਤਾਂ ਦਾ ਰੁਦਨ ਨਾਵਲ ਦਾ ਨਾਇਕ ਹੈ। ਨਾਵਲ ਦੇ ਪਾਤਰਾਂ ਵਿੱਚੋਂ ਉਹ ਸਾਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਹੈ। ਉਹ ਨਾਵਲ ਦੇ ਸਾਰੇ ਮਰਦ ਪਾਤਰਾਂ ਨਾਲੋਂ ਮਹੱਤਵਪੂਰਨ ਹੈ ਅਤੇ ਨਾਵਲ ਦੀਆਂ ਸਾਰੀਆਂ ਘਟਨਾਵਾਂ ਤੇ ਪਾਤਰ ਕਿਸੇ ਨਾ ਕਿਸੇ ਤਰ੍ਹਾਂ ਉਸ ਨਾਲ ਜੁੜੇ ਹੋਏ ਹਨ। ਨਾਵਲ ਦਾ ਵਿਸ਼ਾ, ਜੋ ਕਿ ਪੰਜਾਬ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਅਤੇ ਵਿਸ਼ਵ ਕਾਰਪੋਰੇਟ ਪੂੰਜੀ ਦੇ ਵਰਤਾਰੇ ਨਾਲ ਸੰਬੰਧਿਤ ਹੈ, ਵੀ
ਉਸੇ ਦੀ ਖੋਜ ਅਤੇ ਸਰਵੇਖਣ ਉੱਤੇ ਆਧਾਰਿਤ ਹੈ। ਇਸ ਕਰਕੇ ਉਸਨੂੰ ਹੀ ਨਾਵਲ ਦੇ ਨਾਇਕ ਦਾ ਦਰਜਾ ਦਿੱਤਾ ਜਾ ਸਕਦਾ ਹੈ। ਉਹ ਪਿੰਡ ਦੇ ਗਰੀਬ ਕਿਸਾਨੀ ਪਰਿਵਾਰ ਵਿੱਚ ਜੰਮਿਆ ਸੀ। ਉਸਦਾ ਬਾਪ ਬੜੇ ਸਖਤ ਸੁਭਾਅ ਵਾਲਾ ਸੀ। ਉਹ ਪੁੱਤਰ ਤੋਂ ਵੱਡੀਆਂ ਆਸਾਂ ਲਾ ਕੇ ਉਸਨੂੰ ਪੜ੍ਹਾਉਂਦਾ ਰਿਹਾ ਸੀ ਤੇ ਕਰਜ਼ੇ ਵਿੱਚ ਫਸਿਆ ਹੋਇਆ ਸੀ। ਨਰਿੰਦਰ ਉਸਦਾ ਵੱਡਾ ਭਰਾ ਸੀ ਜੋ ਵਿਆਹਿਆ ਹੋਇਆ ਸੀ। ਦੀਪ ਉਸਦੀ ਭੈਣ ਚੰਨਨ ਨਾਲ ਵਿਆਹੀ ਹੋਈ ਭੈਣ ਸੀ। ਬਚਪਨ ਤੇ ਜਵਾਨੀ ਵਿੱਚ ਉਸਨੂੰ ਪੜ੍ਹਨ ਦਾ ਬਹੁਤਾ ਸ਼ੌਂਕ ਨਹੀਂ ਸੀ। ਉਸਦਾ ਬਹੁਤਾ ਧਿਆਨ ਸ਼ਰਾਰਤਾਂ ਵੱਲ ਰਹਿੰਦਾ ਸੀ। ਉਸਨੂੰ ਮਾਸਟਰ ਰਣਧੀਰ ਸਿੰਘ ਦੀਆਂ ਗੱਲਾਂ ਦਿਲਚਸਪ ਲੱਗਦੀਆਂ ਤੇ ਉਸਦੇ ਪੜ੍ਹਾਉਣ ਦਾ ਤਰੀਕਾ ਵੀ। +2 ਤੋਂ ਮਗਰੋਂ ਉਹ ਬਿਨਾਂ ਕਿਸੇ ਸਪਸ਼ਟ ਉਦੇਸ਼ ਦੇ ਮੁਕੇਰੀਆ ਕਾਲਜ ਵਿੱਚ ਦਾਖਲ ਹੋ ਗਿਆ। ਇੱਕ ਵਾਰੀ ਉਹ ਭਰਤੀ ਹੋਣ ਵੀ ਗਿਆ ਸੀ। BA ਵਿੱਚ ਉਸਨੇ ਕੁਝ ਸੋਚ ਕੇ ਵਿਸ਼ੇ ਨਹੀਂ ਲਏ ਸਨ, ਸਗੋਂ ਦੂਜਿਆਂ ਪਿੱਛੇ ਹੀ ਲੱਗਾ ਸੀ। ਪਹਿਲੇ ਸਾਲ ਵਿੱਚ ਉਹ ਮਟਰ ਗਸ਼ਤੀ ਕਾਰਨ ਮਸਾਂ ਪਾਸ ਹੋਇਆ, ਪਰ ਅਗਲੇ 2 ਸਾਲ ਘਰ ਦੇ ਹਾਲਾਤਾਂ ਤੋਂ ਜਾਣੂ ਹੋਣ ਤੇ ਭਵਿੱਖ ਬਾਰੇ ਸੋਚਣ ਕਰਕੇ ਉਸਨੇ ਖੂਬ ਮਿਹਨਤ ਕੀਤੀ ਤੇ 52% ਨੰਬਰ ਲੈ ਲਏ। ਪੰਜਾਬੀ ਵਿੱਚ ਉਸਦੇ ਨੰਬਰ 62% ਸਨ। ਉਸਨੇ ਪਹਿਲਾਂ 2 ਸਾਲ ਪਟਿਆਲੇ ਦੇ ਇੱਕ ਕਾਲਜ ਵਿੱਚ ਪੜ੍ਹਾਇਆ ਸੀ ਤੇ ਫਿਰ 5 ਸਾਲਾਂ ਤੋਂ ਜਲੰਧਰ ਦੇ ਜਨਤਾ ਕਾਲਜ ਵਿੱਚ ਐਡਹਾਕ ਲੈਕਚਰਰ ਦੇ ਰੂਪ ਵਿੱਚ ਪੜ੍ਹਾਉਣ ਲੱਗਾ। ਇੱਥੇ ਉਸਦੀ ਆਪਣੀ ਕੁਲੀਗ ਮਾਲਤੀ ਨਾਲ ਗੂੜ੍ਹੀ ਦੋਸਤੀ ਪੈ ਗਈ ਸੀ ਤੇ ਕਈ ਵਾਰ ਉਹ ਰਾਤੀ ਇਕੱਠੇ ਵੀ ਰਹਿ ਲੈਂਦੇ ਸਨ। ਉਸਦਾ ਬਾਪ ਉਸਦਾ ਵਿਆਹ ਆਪਣੀ ਰਿਸ਼ਤੇਦਾਰੀ ਦੇ ਰੱਜੇ ਪੁੱਜੇ ਘਰ ਵਿੱਚ ਕਰਨਾ ਚਾਹੁੰਦਾ ਸੀ, ਪਰ ਉਸਦੇ ਨਾ ਮੰਨਣ ਉੱਤੇ ਉਹ ਅਤਿਅੰਤ ਗੁੱਸੇ ਵਿੱਚ ਆ ਗਿਆ ਤੇ ਉਸਨੇ ਉਸਨੂੰ ਬੁਰਾ ਭਲਾ ਕਹਿੰਦਿਆਂ ਘਰੋਂ ਕੱਢ ਦਿੱਤਾ। ਕੁਝ ਦਿਨ ਮਗਰੋਂ ਉਸਨੇ ਉਸਨੂੰ ਜ਼ਮੀਨ ਜਾਇਦਾਦ ਤੋਂ ਬੇਦਖਲ ਕਰਨ ਲਈ ਅਖਬਾਰ ਵਿੱਚ ਨੋਟਿਸ ਕਢਵਾ ਦਿੱਤਾ। ਪਿੱਛੋਂ ਬਾਪ ਦੀ ਮੌਤ ਹੋਣ ਮਗਰੋਂ ਜਦੋਂ ਚੰਨਨ ਉਸਨੂੰ ਦੱਸਦਾ ਹੈ ਕਿ ਉਸਦੇ ਵੱਡੇ ਭਰਾ ਨੇ ਜ਼ਮੀਨ ਹਥਿਆਉਣ ਲਈ ਬਾਪ ਤੋਂ ਆਪਣੇ ਨਾਂ ਵਸੀਅਤ ਕਰਾ ਲਈ ਹੈ ਤੇ ਉਹ ਚਾਹੁੰਦੇ ਹਨ ਕਿ ਉਹ ਉਸਨੂੰ ਕੋਰਟ ਵਿੱਚ ਚੈਲੰਜ ਕਰੇ, ਪਰ ਉਹ ਬਹੁਤੀ ਦਿਲਚਸਪੀ ਨਹੀਂ ਦਿਖਾਉਂਦਾ। ਉਂਝ ਮਗਰੋਂ ਉਹ ਕੋਰਟ ਵਿੱਚ ਭੈਣ ਦੇ ਹੱਕ ਵਿੱਚ ਗਵਾਹੀ ਦੇ ਆਉਂਦਾ ਹੈ, ਪਰ ਜ਼ਮੀਨ ਦੀ ਬਹੁਤੀ ਝਾਕ ਨਹੀਂ ਰੱਖਦਾ। ਇਸੇ ਦੌਰਾਨ ਉਸਦੇ ਤੇ ਮਾਲਤੀ ਦੇ ਸਬੰਧ ਦੋਹਾਂ ਵਿੱਚ ਸੁਭਾਵਾਂ ਦਾ ਫਰਕ ਕਰਕੇ ਵਿਆਹ ਦਾ ਰੂਪ ਨਾ ਧਾਰ ਸਕੇ ਤੇ ਮਾਲਤੀ ਨੇ ਅਵਿਨਾਸ਼ ਨਾਲ ਵਿਆਹ ਕਰਾ ਲਿਆ, ਜਿਹੜਾ ਉਸਨੂੰ ਬਹੁਤ ਸੁਖੀ ਤੇ ਨਿਰਾਸ਼ ਕਰਨ ਵਾਲਾ ਸੀ। ਨਾਵਲ ਦੇ ਅੰਤ ਵਿੱਚ ਉਹ ਦੱਬੇ ਕੁਚਲੇ ਲੋਕਾਂ ਸੰਬੰਧੀ ਆਪਣੇ ਫਰਜ਼ ਨੂੰ ਪਛਾਣਦਾ ਹੋਇਆ ਗਦਰੀ ਮੇਲੇ ਉੱਤੇ ਰਿਲੀਜ਼ ਕਰਨ ਲਈ ਆਪਣੀ ਕਿਤਾਬ ਮੁਕੰਮਲ ਕਰਨ ਦੇ ਕੰਮ ਵਿੱਚ ਜੁਟ ਜਾਂਦਾ ਹੈ। ਨਾਵਲ ਵਿੱਚੋਂ ਉਸਦੇ ਚਰਿੱਤਰ ਦੇ ਹੇਠ ਲਿਖੇ ਪੱਖ ਸਾਡੇ ਸਾਹਮਣੇ ਸਪਸ਼ਟ ਹੁੰਦੇ ਹਨ। ਪਹਿਲਾ ਹੈ ਪੜ੍ਹਾਕੂ ਤੇ ਖੋਜੀ ਬਿਰਤੀ ਵਾਲਾ। ਉਸਨੇ ਆਪਣੀ ਕਿਸਾਨ ਖੁਦਕੁਸ਼ੀਆਂ ਸੰਬੰਧੀ ਕਿਤਾਬ ਲਿਖਣ ਲਈ ਦੁਨੀਆ ਭਰ ਦੇ ਚਿੰਤਕਾਂ ਦੀਆਂ ਕਿਤਾਬਾਂ ਪੜ੍ਹੀਆਂ ਤੇ ਇਸ ਤਰ੍ਹਾਂ ਉਹ ਅਜੋਕੇ ਕਾਰਪੋਰੇਟਰੀ ਅਰਥਚਾਰੇ ਨੂੰ ਸਮਝਣ ਲਈ ਰਿਗਵੇਦ ਤੱਕ ਜਾ ਪਹੁੰਚਾ ਸੀ ਤੇ ਇਸ ਨਤੀਜੇ ਉੱਤੇ ਪਹੁੰਚਿਆ ਸੀ ਕਿ ਬੇਸ਼ੱਕ ਕਾਰਪੋਰੇਟਰੀ ਅਰਥਚਾਰਾ 20ਵੀਂ ਸਦੀ ਦਾ ਵਰਤਾਰਾ ਹੈ, ਪਰ ਇਸ ਦੀਆਂ ਜੜ੍ਹਾਂ ਬਹੁਤ ਪਿੱਛੇ ਹਨ ਤੇ ਇਸ ਦਾ ਮੁੱਢ ਮਨੁੱਖੀ ਮਨ ਵਿੱਚ ਵੱਸਦੀ ਜਾਇਦਾਦ ਦੀ ਚਾਹਤ ਨਾਲ ਵੱਜਦਾ ਹੈ। ਫਿਰ ਉਸਨੇ ਆਪਣੇ ਕਾਲਜ ਦੇ ਰਾਜਨੀਤੀ ਵਿਭਾਗ ਦੇ ਮੁਖੀ ਡਾਕਟਰ ਰਾਜ ਕ੍ਰਿਸ਼ਨ ਦੇ ਕਹਿਣ ਉੱਤੇ ਪੰਜਾਬ ਦੀ ਕਿਸਾਨੀ ਦੇ ਅਜੋਕੇ ਸਰੂਪ ਨੂੰ ਸਮਝਣ ਲਈ MS ਰੰਧਾਵੇ ਦੀ ਲਿਖੀ ਪੁਸਤਕ ਆਊਟ ਆਫ ਦ ਐਸ਼ਿਜ਼ ਨੂੰ ਪੜ੍ਹਿਆ। ਉਸਨੇ ਡਾਕਟਰ ਰਾਜ ਕ੍ਰਿਸ਼ਨ ਦੀ ਇਸ ਗੱਲ ਨੂੰ ਪੱਲੇ ਬੰਨ੍ਹ ਲਿਆ ਕਿ ਕਿਸਾਨ ਖੁਦਕੁਸ਼ੀਆਂ ਨੂੰ ਸਮੁੱਚੇ ਸਮਾਜਿਕ ਵਰਤਾਰੇ ਦੇ ਵਹਿਣ ਨਾਲੋਂ ਤੋੜ ਕੇ ਨਹੀਂ ਦੇਖਿਆ ਜਾ ਸਕਦਾ। ਇਹ ਵੇਖਣ ਦੀ ਲੋੜ ਹੈ ਕਿ ਸਮਾਜਿਕ ਵਿਕਾਸ ਦਾ ਅਜੋਕਾ ਮਾਡਲ ਕਿਸ ਦੇ ਹਿੱਤ ਵਿੱਚ ਹੈ। ਨਵਾਂ ਆਰਥਿਕ ਵਰਤਾਰਾ ਕੇਵਲ ਖੇਤੀ ਨੂੰ ਹੀ ਨਹੀਂ ਬਦਲ ਰਿਹਾ ਤੇ ਕੇਵਲ ਕਿਸਾਨਾਂ ਦੀ ਹਾਲਤ ਨੂੰ ਹੀ ਦੁੱਭਰ ਬਣਾ ਰਿਹਾ, ਸਗੋਂ ਇਹ ਕਾਰਖਾਨਿਆਂ ਦੇ ਮਜ਼ਦੂਰਾਂ ਤੇ ਕਾਲਜਾਂ ਆਦਿ ਵਿੱਚ ਠੇਕੇ ਉੱਤੇ ਰੱਖੇ ਮੁਲਾਜ਼ਮਾਂ ਨੂੰ ਵੀ ਬੁਰੀ ਤਰ੍ਹਾਂ ਨਿਚੋੜ ਰਿਹਾ ਹੈ। ਆਪਣੀ ਖੋਜੀ ਬਿਰਤੀ ਕਰਕੇ ਹੀ ਉਹ ਮਜ਼ਦੂਰ ਜਮਾਤ ਦੀ ਹਾਲਤ ਨੂੰ ਸਮਝਣ ਲਈ ਮਜ਼ਦੂਰ ਯੂਨੀਅਨ ਦੇ ਆਗੂ ਸ਼ਿਵ ਨਾਲ 2-3 ਮਹੀਨੇ ਪੁਰਾਣੇ ਕਾਰਖਾਨਿਆਂ ਵਾਲੇ ਇਲਾਕਿਆਂ ਵਿੱਚ ਘੁੰਮਦਾ ਹੈ ਤੇ ਉਹਨਾਂ ਇਲਾਕਿਆਂ ਵਿੱਚ ਰਹਿੰਦੇ ਵਰਕਰਾਂ, ਸਹਿਕ ਰਹੇ, ਬੰਦ ਹੋ ਚੁੱਕੇ ਜਾਂ ਨਵੇਂ ਧੰਦੇ ਸ਼ੁਰੂ ਕਰ ਚੁੱਕੇ ਕਾਰਖਾਨਿਆਂ ਦੇ ਮਾਲਕਾਂ ਤੇ ਵਰਕਰਾਂ ਨਾਲ ਗੱਲਾਂ ਕਰਦਾ ਤੇ ਛੋਟੇ ਕਾਰਖਾਨਿਆਂ ਦੇ ਬੰਦ ਹੋਣ ਦੇ ਕਾਰਨਾਂ ਤੇ ਉੱਥੋਂ ਛਾਂਟੀ ਹੋਏ ਮਜ਼ਦੂਰਾਂ ਦੀ ਹੋਣੀ
ਦਾ ਨੇੜਿਓਂ ਅਧਿਐਨ ਕਰਦਾ ਹੈ ਤੇ ਨਾਲ ਹੀ ਮਜ਼ਦੂਰਾਂ ਦੀ ਹਾਲਤ ਸੰਬੰਧੀ ਸ਼ਿਵ ਨਾਲ ਵਿਚਾਰ ਵਟਾਂਦਰਾ ਕਰਦਾ ਹੈ। ਕਾਲਜਾਂ ਵਿੱਚ ਸਥਾਈ ਤੇ ਅਸਥਾਈ ਲੈਕਚਰਾਰਾਂ ਦੀ ਸਥਿਤੀ ਦਾ ਉਸਨੂੰ ਨਿੱਜੀ ਅਨੁਭਵ ਸੀ। ਇਸ ਤਰ੍ਹਾਂ ਉਹ ਖੋਜੀ ਬਿਰਤੀ ਵਾਲਾ ਵਿਅਕਤੀ ਹੈ ਤੇ ਗੱਲ ਨੂੰ ਨੇੜਿਓਂ ਡੂੰਘਾਈ ਵਿੱਚ ਸਮਝਣ ਦਾ ਯਤਨ ਕਰਦਾ ਹੈ। ਕਿਸਾਨਾਂ ਦੀਆਂ ਖੁਦਕੁਸ਼ੀਆਂ ਸੰਬੰਧੀ ਸਰਵੇਖਣ ਕਰਨ ਲਈ ਉਹ ਕਿਸਾਨ ਆਗੂ ਸਰਬਜੀਤ ਦੀ ਸਹਾਇਤਾ ਤੇ ਸਲਾਹ ਲੈਂਦਾ ਹੈ ਤੇ ਸਰਪੰਚਾਂ, ਪਟਵਾਰੀਆਂ, ਹੋਰਨਾਂ ਸੰਬੰਧਿਤ ਵਿਅਕਤੀਆਂ ਤੇ ਪਰਿਵਾਰਾਂ ਨੂੰ ਮਿਲਦਾ ਹੈ। ਦੂਸਰਾ ਹੈ ਉਸਦੇ ਮਾਲਤੀ ਨਾਲ ਸੰਬੰਧ। ਰਵੀ ਆਪਣੀ ਕੁਲੀਗ ਮਾਲਤੀ ਦੀ ਖੂਬਸੂਰਤੀ ਦਾ ਦੀਵਾਨਾ ਸੀ ਤੇ ਜਦੋਂ ਉਹ ਪ੍ਰੋਫੈਸਰ ਵਿਰਕ ਦੇ ਸੁਝਾਅ ਅਨੁਸਾਰ ਉਸਨੂੰ ਮਿਲੀ ਤੇ ਉਸ ਤੋਂ ਆਪਣੇ PhD ਦੇ ਥੀਸਿਸ ਵਿੱਚ ਮਦਦ ਲੈਣ ਲੱਗੀ ਤਾਂ ਦੋਹਾਂ ਵਿਚਕਾਰ ਪਿਆਰ ਸੰਬੰਧ ਕਾਇਮ ਹੋ ਗਏ। ਮਾਲਤੀ ਨਾਲ ਇਹਨਾਂ ਸੰਬੰਧਾਂ ਦੀ ਪ੍ਰਾਈਵੇਸੀ ਨੂੰ ਮੁੱਖ ਰੱਖ ਕੇ ਰਵੀ ਨੇ ਝੁਗਿੱਟੀ ਵਾਲਾ ਕਮਰਾ ਛੱਡ ਕੇ ਡਿਫੈਂਸ ਕਲੋਨੀ ਵਿੱਚ ਇੱਕ ਕਰਨਲ ਦੀ ਕੋਠੀ ਦੇ ਪਿੱਛੇ ਗੈਰਜ ਉੱਤੇ ਇੱਕ ਕਮਰਾ ਲੈ ਲਿਆ। ਮਾਲਤੀ ਇੱਥੇ ਉਸਦੇ ਕਮਰੇ ਵਿੱਚ ਆਉਂਦੀ ਰਹਿੰਦੀ। ਦੋਵੇਂ ਚਾਹ, ਕੌਫੀ, ਬੀਅਰ ਜਾਂ ਵਿਸਕੀ ਪੀਂਦੇ, ਪਿਆਰ ਕਰਦੇ ਤੇ ਹਮਬਿਸਤਰ ਵੀ ਹੁੰਦੇ। ਮਾਲਤੀ ਆਪਣੇ ਆਪ ਨੂੰ ਬਣਾ ਸੰਵਾਰ ਕੇ ਰੱਖਣ ਵਾਲੀ, ਘੁੰਮਣ ਫਿਰਨ ਤੇ ਖਰੀਦੋ ਫਰੋਖਤ ਦੀ ਸ਼ੌਕੀਨ, ਬਿਨਾਂ ਲੋੜ ਤੋਂ ਚੀਜ਼ਾਂ ਖਰੀਦਣ ਵਾਲੀ ਅਤੇ ਖੁੱਲ੍ਹਾ ਖਰਚ ਕਰਨ ਵਾਲੀ ਸੀ। ਪਰ ਇਸ ਦੇ ਉਲਟ ਰਵੀ ਪੜ੍ਹਨ ਲਿਖਣ ਤੇ ਖੋਜੀ ਬਿਰਤੀ ਵਾਲਾ, ਸਰਵੇਖਣ ਲਈ ਘੁੰਮਣ ਫਿਰਨ ਵਾਲਾ, ਹੱਥ ਦਾ ਤੰਗ, ਘੱਟ ਖਰਚ ਵਾਲਾ ਤੇ ਲੋੜ ਮੁਤਾਬਕ ਹੀ ਚੀਜ਼ ਖਰੀਦਣ ਵਾਲਾ ਸੀ। ਪਰ ਮਾਲਤੀ ਲਈ ਦਿਲੋਂ ਸੁਹਿਰਦ ਸੀ। ਉਹ ਰਵੀ ਦੇ ਆਪਣੇ ਬਾਪ ਨਾਲ ਤਣਾਅ ਭਰੇ ਸੰਬੰਧਾਂ ਤੇ ਉਸਦੀ ਮਾਲੀ ਹਾਲਤ ਬਾਰੇ ਵੀ ਜਾਣਦੀ ਸੀ, ਪਰ ਉਹ ਉਸਨੂੰ ਕਦੇ ਇਸ ਸੰਬੰਧੀ ਸਹਿਯੋਗ ਦੇਣ ਦਾ ਸੰਕੇਤ ਨਾ ਦਿੰਦੀ ਤੇ ਨਾ ਹੀ ਵਿਸ਼ਵਾਸ ਦਿਵਾਉਂਦੀ ਕਿ ਉਹ ਵਿਆਹ ਕਰਾ ਕੇ ਦੋਵੇਂ ਜ਼ਿੰਦਗੀ ਦੀ ਗੱਡੀ ਅਗਾਂਹ ਤੋਰ ਲੈਣਗੇ। ਰਵੀ ਮਾਲਤੀ ਦੀ ਇਸ ਸਲਾਹ ਨਾਲ ਵੀ ਸਹਿਮਤ ਨਾ ਹੁੰਦਾ ਕਿ ਹੋਰਨਾਂ ਲੋਕਾਂ ਵਾਂਗ ਦੂਜਿਆਂ ਦਾ ਪੈਰ ਮਿੱਧ ਕੇ ਅੱਗੇ ਲੰਘਣਾ ਚਾਹੀਦਾ ਹੈ। ਉਹ ਚਾਹੁੰਦੀ ਸੀ ਕਿ ਉਹ ਕਿਸਾਨ ਖੁਦਕੁਸ਼ੀਆਂ ਦੀ ਥਾਂ ਕੋਈ ਗ੍ਰਾਮਰ ਜਾਂ ਗਾਈਡ ਆਦਿ ਲਿਖਦਾ ਜੋ ਛੇਤੀ ਲਿਖੀ ਵੀ ਜਾਂਦੀ ਤੇ ਉਸਦੀ ਜੇਬ ਵਿੱਚ ਪੈਸੇ ਵੀ ਆ ਜਾਂਦੇ। ਅਜਿਹੀਆਂ ਗੱਲਾਂ ਕਰਦਿਆਂ ਉਹ ਚਾਹ ਦੋ ਮਗਰੋਂ ਵਿਸਕੀ ਪੀਂਦੇ ਤੇ ਫਿਰ ਕਿਸੇ ਰੈਸਟੋਰੈਂਟ ਵਿੱਚ ਖਾਣਾ ਖਾਂਦੇ। ਇਸ ਤਰ੍ਹਾਂ ਉਹਨਾਂ ਦੇ ਸੰਬੰਧ ਇੰਨੇ ਗੂੜ੍ਹੇ ਬਣ ਚੁੱਕੇ ਸਨ ਕਿ ਇਹ ਆਲੇ ਦੁਆਲੇ ਇਹ ਸਮਝਿਆ ਜਾਣ ਲੱਗਾ ਕਿ ਉਹਨਾਂ ਦਾ ਵਿਆਹ ਹੋਇਆ ਹੀ ਪਿਆ ਹੈ, ਬਸ ਇੱਕ ਰਸਮ ਹੀ ਬਾਕੀ ਹੈ। ਮਾਲਤੀ ਉਸਨੂੰ ਕਹਿੰਦੀ ਕਿ ਉਸਨੂੰ ਸਿਰਫ ਇੱਕ ਹੀ ਗਿਲਾ ਹੈ ਕਿ ਉਸਨੂੰ ਪਿਆਰ ਕਰਨਾ ਵੀ ਨਹੀਂ ਆਉਂਦਾ। ਉਸ ਪਿਆਰ ਦੇ ਪਲਾਂ ਵਿੱਚ ਵੀ ਸਹਿਜ ਨਹੀਂ ਹੁੰਦਾ, ਸਗੋਂ ਉਸ ਉੱਤੇ ਰੁੱਖਾਪਣ ਤੇ ਹਿੰਸਕ ਪ੍ਰਵਿਰਤੀ ਭਾਰੂ ਰਹਿੰਦੀ ਹੈ। ਉਸਨੂੰ ਰਵੀ ਉੱਤੇ ਗੁੱਸਾ ਰਹਿੰਦਾ ਸੀ ਕਿ ਉਸ ਕੋਲ ਆਪਣੀ ਕਿਤਾਬ ਦੀ ਖਾਤਰ ਪਿੰਡਾਂ ਵਿੱਚ ਘੁੰਮਣ ਤੇ ਕਿਤਾਬਾਂ ਪੜ੍ਹਨ ਲਈ ਸਮਾਂ ਤਾਂ ਹੈ, ਪਰ ਉਸ ਲਈ ਸਮਾਂ ਨਹੀਂ। ਫਿਰ ਜਦੋਂ ਉਹ ਉਸ ਨਾਲ ਬਣਾਈ ਪ੍ਰੋਗਰਾਮ ਮੁਤਾਬਕ ਉਸਦੇ ਜਨਮ ਦਿਨ 'ਤੇ ਵੀ ਨਾ ਪੁੱਜਾ ਤੇ ਆਪਣਾ ਫੋਨ ਬੰਦ ਕਰ ਰੱਖਿਆ ਤਾਂ ਮਾਲਤੀ ਖਿਝ ਗਈ। ਫਲਸਰੂਪ ਉਸਨੇ ਉਸਦਾ 4 ਵਾਰ ਫੋਨ ਆਉਣ 'ਤੇ ਨਾ ਚੁੱਕਿਆ। ਫਿਰ ਜਦੋਂ ਚੁੱਕਿਆ ਤਾਂ ਉਸਨੇ ਉਸਨੂੰ ਪਛਾਣਨ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਕੋਈ ਕਾਲ ਗਰਲ ਹੈ। ਜਦੋਂ ਜੀ ਕੀਤਾ ਫੋਨ ਕਰਕੇ ਸੱਦ ਲਿਆ ਤੇ ਬਣਾਇਆ ਪ੍ਰੋਗਰਾਮ ਛੱਡ ਕੇ ਆਪਣੇ ਕੰਮਾਂ ਵਿੱਚ ਰੁੱਝ ਗਏ। ਇਸ ਸਮੇਂ ਰਵੀ ਨੇ ਜਦੋਂ ਪਿਆਰ ਨਾਲ ਕਿਹਾ ਕਿ ਉਹ ਬੜੇ ਦਰਦਨਾਕ ਹਾਲਾਤ ਦੇਖ ਕੇ ਆਇਆ ਹੈ ਤੇ ਉਸਦੇ ਅੰਦਰੋਂ ਕੁਝ ਮਰ ਰਿਹਾ ਹੈ, ਜੇਕਰ ਉਹ ਉਸਨੂੰ ਬਚਾ ਸਕਦੀ ਹੈ ਤਾਂ ਬਚਾ ਲਵੇ, ਤਾਂ ਉਹ ਉਸਦੇ ਕੋਲ ਆ ਗਈ ਤੇ ਆਪਣਾ ਪਿਆਰ ਪ੍ਰਗਟ ਕਰਦਿਆਂ ਕਿਹਾ ਕਿ ਉਸਦਾ ਪਤਾ ਨਹੀਂ ਲੱਗਦਾ ਕਿ ਉਹ ਕੀ ਕਰ ਬੈਠਦਾ ਹੈ। ਉਹ ਉਸਨੂੰ ਅਨਪ੍ਰੀਡਿਕੇਟਡ ਕੇਵਲ ਸਮਝਦੀ। ਇਸ ਤਰ੍ਹਾਂ ਕਦੀ ਇਹ ਉਸ ਤੋਂ ਉਕਤਾ ਜਾਂਦਾ ਸੀ ਤੇ ਕਦੇ ਉਹ। ਫਿਰ ਜਦੋਂ ਮਾਲਤੀ ਦੀ ਕੈਨੇਡਾ ਤੋਂ ਆ ਰਹੇ ਅਵਿਨਾਸ਼ ਨਾਲ ਗੱਲ ਚੱਲੀ ਤਾਂ ਉਸਦੇ ਮਨ ਵਿੱਚ ਬਾਹਰ ਜਾਣ ਦਾ ਸੁਪਨਾ ਜਾਗ ਪਿਆ। ਉਸਦੇ ਆਉਣ ਤੋਂ ਪਹਿਲਾਂ ਹੀ ਉਸਨੇ ਰਵੀ ਨਾਲੋਂ ਆਪਣੇ ਸੰਬੰਧ ਤੋੜਦਿਆਂ ਆਪਰੇਸ਼ਨ ਦੁਆਰਾ ਆਪਣੀ ਕੁਆਰ ਝਿੱਲੀ ਦਾ ਪੁਨਰ ਸਥਾਪਨ ਕਰਾ ਲਿਆ ਤੇ ਇਸ ਤਰ੍ਹਾਂ ਆਪਣੀ ਖੂਬਸੂਰਤੀ, ਖੁੱਲ੍ਹੇ ਡੁੱਲੇ ਸੁਭਾਅ ਤੇ ਪਵਿੱਤਰਤਾ ਦਾ ਪ੍ਰਭਾਵ ਪਾ ਕੇ ਰਵੀ ਨੂੰ ਪਤਾ ਲੱਗਣ ਦਿੱਤੇ ਬਗੈਰ ਉਸ ਨਾਲ ਵਿਆਹ ਦੀ ਤਿਆਰੀ ਕਰ ਲਈ। ਰਵੀ ਨੂੰ ਉਸਦੇ ਵਿਆਹ ਦੀ ਖਬਰ ਰਜਨੀ ਬਾਲਾ ਤੋਂ ਮਿਲੀ ਤੇ ਉਹ ਬਹੁਤ ਪਰੇਸ਼ਾਨ ਹੋਇਆ। ਉਸਨੇ ਉਸਨੂੰ ਵਿਆਹ ਦਾ ਕਾਰਡ ਦਿੱਤਾ ਪਰ ਉਹ ਸਮਾਗਮ 'ਤੇ ਨਾ ਗਿਆ। ਹੁਣ ਉਹ ਬੁਰੀ ਤਰ੍ਹਾਂ ਬੇਚੈਨ ਸੀ ਤੇ ਉਸਦੀ ਕਿਤਾਬ ਮੁਕੰਮਲ ਕਰਨ ਦਾ ਕੰਮ ਠੱਪ ਪਿਆ ਸੀ। ਬੇਸ਼ੱਕ ਉਹ ਇਹ ਵੀ ਸਮਝਦਾ ਸੀ ਕਿ ਇਹ ਵਿਆਹ ਨਾ ਹੋਣਾ ਠੀਕ ਸੀ ਤੇ ਉਹ ਸਮਝਦਾ ਸੀ ਕਿ ਮਾਲਤੀ ਸੁਹਿਰਦ ਨਹੀਂ ਸੀ ਤੇ ਆਜ਼ਾਦੀ ਤੇ ਖੁੱਲ੍ਹ ਮਾਨਣ ਦੀਆਂ ਗੱਲਾਂ ਕਰਦੀ ਹੋਈ ਵੀ ਸਮਾਜਿਕ ਮਾਨਤਾਵਾਂ ਦੇ ਬੰਧਨ ਵਿੱਚੋਂ ਬਾਹਰ ਨਹੀਂ ਸੀ ਨਿਕਲ ਸਕੀ।
ਫਿਰ ਮਾਲਤੀ ਨੇ ਜਦੋਂ ਸ਼੍ਰੀਨਗਰ ਜਾ ਕੇ ਉਸਨੂੰ ਫੋਨ ਕੀਤਾ ਤਾਂ ਉਸਨੇ ਆਪਣੇ ਵਤੀਰੇ ਸੰਬੰਧੀ ਇੱਕ ਵਾਰੀ ਵੀ ਸੌਰੀ ਨਾ ਕਿਹਾ, ਜਿਸ ਦਾ ਰਵੀ ਨੂੰ ਬਹੁਤ ਦੁੱਖ ਸੀ। ਉਹ ਬੁਰੀ ਤਰ੍ਹਾਂ ਬੇਚੈਨ ਸੀ ਤੇ ਆਪਣੇ ਦੋਸਤਾਂ ਦੇ ਕਹਿਣ 'ਤੇ ਵੀ ਸਹਿਜ ਨਹੀਂ ਸੀ ਹੋ ਰਿਹਾ। ਪਰ ਜਦੋਂ ਉਹ ਅਹਾਤੇ ਵਿੱਚ ਭਾਂਡੇ ਧੋਂਦੇ ਮੁੰਡੇ ਨੂੰ ਪੈਂਦੀ ਕੁੱਟ ਦੇਖ ਕੇ ਅਜਿਹੇ ਮਜਬੂਰ ਲੋਕਾਂ ਦੀ ਸਥਿਤੀ ਨੂੰ ਲੋਕਾਂ ਸਾਹਮਣੇ ਰੱਖਣ ਲਈ ਆਪਣੀ ਕਿਤਾਬ ਮੁਕੰਮਲ ਕਰਨ ਲਈ ਤਿਆਰ ਹੋ ਗਿਆ ਤਾਂ ਸਮਝ ਰਿਹਾ ਸੀ ਮਾਲਤੀ ਆਪਣੀ ਸਹੀ ਜਗ੍ਹਾ ਉੱਤੇ ਪਹੁੰਚ ਗਈ ਹੈ। ਨੈਤਿਕ ਅਸੂਲਾਂ ਦਾ ਧਾਰਨੀ ਅਤੇ ਸਵੈਮਾਨ ਵਾਲਾ। ਉਹ ਕਿਸੇ ਦਾ ਪੈਰ ਮਿੱਧ ਕੇ ਧੋਖੇ ਨਾਲ ਆਪਣਾ ਉੱਲੂ ਸਿੱਧਾ ਕਰਨ ਵਿੱਚ ਵਿਸ਼ਵਾਸ ਨਹੀਂ ਰੱਖਦਾ ਤੇ ਨਾ ਹੀ ਨਾਜਾਇਜ਼ ਢੰਗ ਨਾਲ ਪੈਸੇ ਕਮਾਉਣ ਵਿੱਚ। ਪਰ ਮਾਲਤੀ ਉਸਨੂੰ ਕਹਿੰਦੀ ਸੀ, ਜੇ ਘਰਦਿਆਂ ਨਾਲ ਨਹੀਂ ਬਣਾ ਕੇ ਰੱਖਣੀ, ਹੈੱਡ ਨਾਲ ਨਹੀਂ ਬਣਾ ਕੇ ਰੱਖਣੀ, ਪ੍ਰਿੰਸੀਪਲ ਨੂੰ ਵੇਲੇ ਕੁਵੇਲੇ ਜਾ ਕੇ ਨਮਸਤੇ ਨਹੀਂ ਕਹਿਣੀ ਤਾਂ ਕਿਵੇਂ ਕੰਮ ਚੱਲੇਗਾ। ਅੱਗੋਂ ਉਹ ਉਸਨੂੰ ਕਹਿੰਦਾ ਹੈ, ਮਾਲਤੀ ਮੈਂ ਚਮਚਾਗਿਰੀ ਨਹੀਂ ਕਰ ਸਕਦਾ। ਜੇ ਸਭ ਅਸੂਲ ਛੱਡ ਕੇ ਆਪਣੀ ਹੋਂਦ ਨੂੰ ਮੁਨਫੀ ਕਰਕੇ ਜਿਉਣਾ ਹੈ ਤਾਂ ਫਿਰ ਜਿਉਣ ਦਾ ਕੀ ਫਾਇਦਾ। ਮੈਂ ਬਰਾਇਲਰ ਨਹੀਂ ਬਣ ਸਕਦਾ। ਕੰਮ ਕਰੋ, ਖਾਓ ਪੀਓ ਤੇ ਮਰ ਜਾਓ। ਮਾਲਤੀ ਉਸਨੂੰ ਕਹਿੰਦੀ ਸੀ ਕਿ ਉਸਦੇ ਅਸੂਲ ਉਸਨੂੰ ਕੁਝ ਨਹੀਂ ਦੇ ਰਹੇ, ਪਰ ਲੋੜ ਪੈਣ 'ਤੇ ਉਹ ਆਪਣੇ ਦੋਸਤਾਂ ਅੱਗੇ ਝੂਠ ਵੀ ਬੋਲ ਲੈਂਦਾ ਹੈ। ਅਜਿਹਾ ਉਹ ਨਾਵਲ ਵਿੱਚ 1-2 ਥਾਈਂ ਕਰਦਾ ਹੈ। ਨਾਵਲ ਦੇ ਆਰੰਭ ਵਿੱਚ ਉਹ ਅਹਾਤੇ ਵਿੱਚ ਬੈਠਾ ਮਾਲਤੀ ਦੁਆਰਾ ਫੋਨ ਉੱਤੇ ਬੁਲਾਉਣ 'ਤੇ ਦੋਸਤਾਂ ਨੂੰ ਸੱਚ ਦੱਸਣ ਦੀ ਬਜਾਏ ਇਹ ਕਹਿ ਕੇ ਉੱਥੋਂ ਨਿਕਲਦਾ ਹੈ ਕਿ ਉਸਦੀ ਭੈਣ ਆਪਣੀ ਬੇਟੀ ਨਾਲ ਆਈ ਹੈ। ਇਸੇ ਤਰ੍ਹਾਂ ਇੱਕ ਥਾਂ ਉਹਨਾਂ ਨੂੰ ਇਹ ਵੀ ਨਹੀਂ ਦੱਸਣਾ ਚਾਹੁੰਦਾ ਕਿ ਉਹ ਮਾਲਤੀ ਨਾਲ ਐਮਬੀਡੀ ਮਾਲ ਵਿੱਚ ਸੀ। ਅਗਲੇ ਦੀ ਮਜਬੂਰੀ ਤੇ ਹਕੀਕਤ ਨੂੰ ਸਮਝਣ ਵਾਲਾ। ਉਸਨੇ ਸ਼ਿਵ ਨੂੰ ਸ਼ਰਾਬ ਪੀ ਕੇ ਬਹਿਸ ਵਿੱਚ ਰੌਲਾ ਪਾਉਂਦਾ ਤੇ ਗੁੱਸੇ ਵਿੱਚ ਆਉਂਦਾ ਦੇਖ ਕੇ ਕਈ ਵਾਰੀ ਫੈਸਲਾ ਕੀਤਾ ਸੀ ਕਿ ਉਸਨੇ ਅੱਗੋਂ ਉਸ ਨਾਲ ਬੈਠ ਕੇ ਨਹੀਂ ਪੀਣੀ, ਪਰ ਉਹ ਉਸਦੀ ਮਜਬੂਰੀ ਤੇ ਹਕੀਕਤ ਨੂੰ ਸਮਝ ਕੇ ਇਹ ਫੈਸਲਾ ਨਿਭਾ ਨਾ ਸਕਦਾ। ਉਹ ਸੋਚਦਾ ਕਿ ਉਹ ਆਪਣਾ ਗੁੱਸਾ ਤਾਂ ਕਿਤਾਬਾਂ ਪੜ੍ਹ ਕੇ ਤੇ ਬੱਚੇ ਪੜ੍ਹਾ ਕੇ ਸ਼ਾਂਤ ਕਰ ਲੈਂਦਾ ਹੈ, ਪਰ ਆਪਣੇ ਆਗੂਆਂ ਤੇ ਕਾਰਖਾਨਿਆਂ ਦਿਆਂ ਮਾਲਕਾਂ ਦੇ ਰਵੱਈਏ ਤੇ ਮਜ਼ਦੂਰਾਂ ਨਾਲ ਹੋਏ ਧੱਕੇ ਤੇ ਘਰ ਪਰਿਵਾਰ ਦੀਆਂ ਬੇਵਸੀਆਂ ਤੋਂ ਪੈਦਾ ਹੋਏ ਗੁੱਸੇ ਨੂੰ ਜੇਕਰ ਸ਼ਿਵ ਸ਼ਰਾਬ ਦੇ ਸਰੂਰ ਵਿੱਚ ਆ ਕੇ ਕਾਬੂ ਨਹੀਂ ਰੱਖ ਸਕਦਾ ਤਾਂ ਇਸ ਵਿੱਚ ਉਸਦਾ ਕਸੂਰ ਨਹੀਂ। ਇਹ ਸੋਚ ਕੇ ਉਹ ਉਸਨੂੰ ਫੋਨ ਕਰ ਲੈਂਦਾ ਤੇ ਫਿਰ ਉਹਨਾਂ ਦੇ ਜਾਮ ਟਕਰਾਉਣ ਲੱਗਦੇ। ਲੜਾਈ ਝਗੜੇ ਤੋਂ ਬਚ ਕੇ ਰਹਿਣ ਵਾਲਾ। ਉਹ ਲੜਾਈ ਝਗੜੇ ਤੋਂ ਬਚ ਕੇ ਰਹਿਣ ਦਾ ਯਤਨ ਕਰਦਾ। ਉਹ ਬਾਪ ਦੇ ਮਾੜਾ ਚੰਗਾ ਬੋਲਣ 'ਤੇ ਮੋੜ ਵੀ ਘੱਟ ਦਿੰਦਾ ਜਾਂ ਉਸਦੇ ਵਧੇਰੇ ਤਲਖ ਹੋਣ 'ਤੇ ਇੱਧਰ ਉੱਧਰ ਹੀ ਹੋ ਜਾਂਦਾ। ਫਿਰ ਉਹ ਆਪਣੀ ਭੈਣ ਦੁਆਰਾ ਵਸੀਅਤ ਸੰਬੰਧੀ ਕੋਰਟ ਵਿੱਚ ਕੀਤੇ ਕੇਸ ਵਿੱਚ ਉਸਦੇ ਹੱਕ ਵਿੱਚ ਗਵਾਹੀ ਦੇਣ ਤਾਂ ਚਲਾ ਜਾਂਦਾ ਹੈ, ਪਰ ਜ਼ਮੀਨ ਦੀ ਕੋਈ ਝਾਕ ਨਹੀਂ ਰੱਖਦਾ ਤੇ ਨਾ ਹੀ ਕਿਸੇ ਨਾਲ ਸਿੱਧੇ ਰੂਪ ਵਿੱਚ ਝਗੜਾ ਕਰਦਾ ਹੈ। ਮਿਹਨਤੀ। ਉਹ ਇੱਕ ਮਿਹਨਤੀ ਨੌਜਵਾਨ ਸੀ। ਜਦੋਂ ਕਾਲਜ ਵਿੱਚ ਸੈਸ਼ਨ ਖਤਮ ਹੁੰਦਾ ਤਾਂ 31 ਮਾਰਚ ਨੂੰ ਉਸਦੀ ਨੌਕਰੀ ਖਤਮ ਹੋ ਜਾਂਦੀ ਤਾਂ ਆਪਣੀ ਆਰਥਿਕ ਸਮੱਸਿਆ ਦੇ ਹੱਲ ਲਈ ਉਹ ਯੂਨੀਵਰਸਿਟੀ ਪ੍ਰੀਖਿਆ ਵਿੱਚ ਸੁਪਰਵਾਈਜ਼ਰ ਦੀ ਡਿਊਟੀ ਲਵਾ ਲੈਂਦਾ ਤੇ ਫਿਰ ਪੇਪਰ ਚੈੱਕ ਕਰਦਾ। ਇਸ ਦੇ ਨਾਲ ਹੀ ਉਹ +2 ਦੇ ਪੀਰੀਅਡ ਵੀ ਲੈਂਦਾ। ਦ੍ਰਿੜ ਇਰਾਦੇ ਵਾਲਾ। ਉਹ ਦ੍ਰਿੜ ਇਰਾਦੇ ਵਾਲਾ ਸੀ ਤੇ ਆਪਣੇ ਚੁਣੇ ਹੋਏ ਰਸਤੇ 'ਤੇ ਠੀਕ ਹੋਣ ਵਿੱਚ ਵਿਸ਼ਵਾਸ ਰੱਖਦਾ ਸੀ। ਬੇਸ਼ੱਕ ਉਸਦੇ ਬਾਪ ਨੇ ਉਸਨੂੰ ਜ਼ਮੀਨ ਜਾਇਦਾਦ ਤੋਂ ਬੇਦਖਲ ਕਰ ਦਿੱਤਾ ਸੀ, ਪਰ ਉਸਨੇ ਫੈਸਲਾ ਕਰ ਲਿਆ ਸੀ ਕਿ ਉਸਨੇ ਬਾਪ ਦੀ ਤਜਵੀਜ਼ ਕੀਤੀ ਕੁੜੀ ਨਾਲ ਵਿਆਹ ਨਹੀਂ ਕਰਨਾ। ਇਸੇ ਕਰਕੇ ਜਦੋਂ ਉਹ ਇੱਕ ਵਾਰੀ ਦੀਪੋ ਨੇ ਆਖਿਆ ਸੀ, ਰਵੀ ਕਿਉਂ ਘਰ ਨਾਲੋਂ ਟੁੱਟਦਾ, ਡੈਡੀ ਤੋਂ ਜਾ ਕੇ ਗਲਤੀ ਮੰਨ ਲੈ, ਤੈਨੂੰ ਪਤਾ ਤਾਂ ਹੈ ਉਸਦੇ ਜ਼ਿੱਦੀ ਸੁਭਾਅ ਦਾ, ਜੇ ਆਈ ਤੇ ਆ ਗਿਆ ਫਿਰ ਅੱਗਾ ਪਿੱਛਾ ਨਹੀਂ ਦੇਖਦਾ ਹੁੰਦਾ। ਪਰ ਰਵੀ ਨੇ ਸਿਰ ਫੇਰ ਦਿੱਤਾ ਸੀ, ਕਾਹਦੀ ਗਲਤੀ, ਵਿਆਹ ਤਾਂ ਮੈਂ ਉੱਥੇ ਕਰਵਾ ਨਹੀਂ ਸਕਦਾ। ਫਿਰ ਮਾਲਤੀ ਦਾ ਚਰਿੱਤਰ ਚਿਤਰਨ ਕਰੋ। ਮਾਲਤੀ ਖੇਤਾਂ ਦਾ ਰੁਦਨ ਨਾਵਲ ਦੀ ਇੱਕ ਮਹੱਤਵਪੂਰਨ ਪਾਤਰ ਹੈ। ਉਹ ਨਾਵਲ ਦੇ ਨਾਇਕ ਰਵੀ ਦੀ ਕੁੜੀ ਦੋਸਤ ਸੀ, ਪਰ ਉਸ ਨਾਲ ਆਪਣੀ ਰਾਸ ਨਾ ਮਿਲਣ ਕਰਕੇ ਉਸਨੇ ਕੈਨੇਡਾ ਤੋਂ ਆਏ ਅਵਿਨਾਸ਼ ਨਾਲ ਵਿਆਹ ਕਰਾ ਕੇ ਇੱਕ ਤਰ੍ਹਾਂ ਉਹ ਨਾਵਲ ਦੀ ਨਾਇਕਾ ਬਣਨ ਤੋਂ ਖੁੱਝ ਗਈ ਤੇ ਨਾਵਲ ਦੇ ਨਾਇਕ ਨੂੰ ਪਰੇਸ਼ਾਨ ਕਰਨ ਕਰਕੇ ਉਸਦਾ ਰੋਲ ਖਲਨਾਇਕਾ ਵਰਗਾ ਹੋ ਜਾਂਦਾ ਹੈ। ਬੇਸ਼ੱਕ ਉਸਦੀ ਬੇਵਫਾਈ ਕਰਕੇ ਮਿਲੇ ਝਟਕੇ ਤੋਂ ਛੇਤੀ ਹੀ ਸੰਭਲ ਕੇ ਉਹ ਮੁੜ ਨੱਕ ਦੇ ਸਿੱਧੇ ਤੁਰ ਪੈਂਦਾ ਹੈ। ਨਾਵਲਕਾਰ ਅਨੁਸਾਰ ਮਾਲਤੀ ਸ਼ਰਮਾ ਕਾਰਪੋਰੇਟ ਪੂੰਜੀ
ਤੇ ਖਪਤਕਾਰ ਸੱਭਿਆਚਾਰ ਦੇ ਹੁਲਾਰੇ ਵਾਲੀ ਜੀਵਨ ਜਾਂਚ ਹੈ ਜੋ ਸਭ ਮਾਨਤਾਵਾਂ, ਪਰੰਪਰਾਵਾਂ ਤੇ ਰਵਾਇਤਾਂ ਨੂੰ ਤਾਕ 'ਤੇ ਟੰਗ ਕੇ ਸਿਰਫ ਆਪਣੇ ਬਾਰੇ ਸੋਚਣਾ, ਆਪਣੀ ਖੁਸ਼ੀ ਬਾਰੇ ਤੇ ਆਰਥਿਕ ਤੌਰ 'ਤੇ ਉਤਾਂਹ ਬੈਠਣ ਦੇ ਹਰ ਸੰਭਵ ਤੇ ਮਿਲਦੇ ਮੌਕੇ ਨੂੰ ਬੇਝਿਜਕ ਅਪਣਾ ਲੈਂਦੀ ਹੈ। ਇਹੀ ਜਿਉਣ ਦੇ ਸਲੀਕੇ ਦੋਹਾਂ ਮੁੱਖ ਪਾਤਰਾਂ 'ਚ ਟਕਰਾਅ ਦਾ ਕਾਰਨ ਵੀ ਬਣਦੇ ਹਨ ਤੇ ਨਾਵਲੀ ਦੁਖਾਂਤ ਦਾ ਕਾਰਨ ਵੀ ਬਣਦੇ ਹਨ। ਉਹ ਕਪੂਰਥਲੇ ਦੀ ਰਹਿਣ ਵਾਲੀ ਸੀ। ਉਹ ਪਟਿਆਲੇ ਤੋਂ MA ਪੰਜਾਬੀ MPhil ਤੇ ਨੈਟ ਕਲੀਅਰ ਕਰਕੇ ਪਹਿਲਾਂ ਜਲੰਧਰ ਦੇ ਇੱਕ ਕਾਲਜ ਵਿੱਚ ਐਡਹੌਕ ਲੈਕਚਰਰ ਲੱਗੀ ਤੇ ਫਿਰ 3 ਸਾਲਾਂ ਤੋਂ ਜਨਤਾ ਕਾਲਜ ਜਲੰਧਰ ਵਿੱਚ ਐਡਹੌਕ ਲੈਕਚਰਰ ਦੇ ਤੌਰ 'ਤੇ ਨੌਕਰੀ ਕਰ ਰਹੀ ਸੀ। ਉਹ ਪ੍ਰੋਫੈਸਰ ਇੰਦਰਜੀਤ ਵਿਰਕ ਦੀ ਦੇਖ-ਰੇਖ ਹੇਠ PhD ਕਰ ਰਹੀ ਸੀ। ਉਸਦਾ ਬਚਪਨ ਭਾਵੇਂ ਸੁੱਖ ਸਹੂਲਤਾਂ ਵਿੱਚ ਬੀਤਿਆ ਸੀ, ਪਰੰਤੂ ਆਪਣੇ ਮਾਪਿਆਂ ਦੇ ਆਪਸੀ ਤਣਾਅ ਤੋਂ ਪਰੇਸ਼ਾਨ ਹੋਈ ਉਹ ਘਰੋਂ ਬਾਹਰ ਜਾ ਕੇ ਘਰ ਨੂੰ ਭੁੱਲ ਜਾਂਦੀ ਹੈ। ਇਸੇ ਕਰਕੇ ਪਹਿਲਾਂ ਉਸਦੀ ਕਰਨ ਬਰਾੜ ਨਾਲ ਦੋਸਤੀ ਲੱਗੀ, ਫਿਰ ਉਹ ਅਵਿਨਾਸ਼ ਨਾਲ ਘੰਟਾ ਕੁ ਘੁੰਮਣ ਸਮੇਂ ਉਸ ਵੱਲ ਖਿੱਚੀ ਗਈ। ਫਿਰ ਉਹਨਾਂ ਨਾਲ ਸੰਬੰਧ ਟੁੱਟਣ ਮਗਰੋਂ ਉਹ ਰਵੀ ਨਾਲ ਪਿਆਰ ਪਾ ਕੇ ਜਿਸਮਾਂ ਦੀ ਖੇਡ ਖੇਡਦੀ ਰਹੀ ਤੇ ਉਹ ਫਿਰ ਉਸ ਨਾਲ ਤਬੀਅਤ ਰਾਸ ਨਾ ਆਉਣ 'ਤੇ ਮੌਕਾ ਮਿਲਦਿਆਂ ਹੀ ਉਸਨੇ ਉਸਨੂੰ ਛੱਡ ਕੇ ਚੁਸਤੀ ਚਲਾਕੀ ਨਾਲ ਪਾਕ ਪਵਿੱਤਰ ਬਣਦਿਆਂ ਬਾਹਰ ਜਾਣ ਦੇ ਲਾਲਚ ਵਿੱਚ ਕੈਨੇਡਾ ਤੋਂ ਆਏ ਅਵਿਨਾਸ਼ ਨਾਲ ਵਿਆਹ ਕਰਾ ਲਿਆ। ਇੱਕ ਖੂਬਸੂਰਤ ਕੁੜੀ। ਮਾਲਤੀ ਇੱਕ ਖੂਬਸੂਰਤ ਕੁੜੀ ਸੀ। ਜਦੋਂ ਉਹ ਪਹਿਲੀ ਇੰਟਰਵਿਊ ਵੇਲੇ ਪ੍ਰਿੰਸੀਪਲ ਦੇ ਦਫ਼ਤਰ ਦੇ ਬਾਹਰ ਰਵੀ ਨੂੰ ਮਿਲੀ ਤਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਹ ਕਿਸੇ ਸੁੰਦਰਤਾ ਦੇ ਮੁਕਾਬਲੇ ਵਿੱਚ ਆਈ ਹੋਵੇ। ਗੋਰਾ ਨਿਛੋਹ ਰੰਗ, ਕੱਟੇ ਹੋਏ ਪਰ ਮੋਢਿਆਂ ਤੱਕ ਝੂਲਦੇ ਵਾਲ, ਗੋਲ ਮੱਥਾ, ਨੱਕ ਕੁਝ ਲੰਬੂਤਰਾ, ਮੋਟੀਆਂ-ਮੋਟੀਆਂ ਕਾਲੀਆਂ ਸ਼ਾਹ ਅੱਖਾਂ ਜਿਨ੍ਹਾਂ ਨੂੰ ਕੱਜਲ ਹੋਰ ਵੀ ਵਿਸ਼ਾਲ ਦਿੱਖ ਪ੍ਰਦਾਨ ਕਰਨ ਲੱਗਦਾ। ਉੱਪਰ ਹਲਕੇ ਰੰਗ ਅਸਮਾਨੀ ਰੰਗ ਦੀ ਟੀ-ਸ਼ਰਟ ਅਤੇ ਹੇਠਾਂ ਜੀਨ। ਸਾਰਾ ਸਰੀਰ ਭਰਿਆ ਪਰ ਇੰਜ ਨਹੀਂ ਕਿ ਫਾਲਤੂ ਦੀ ਚਰਬੀ ਚੜ੍ਹੀ ਹੋਵੇ। ਗੋਬਲੀ ਜਿਹੀ ਉਸਦੀ ਸੁੰਦਰਤਾ ਹਰ ਇੱਕ ਨੂੰ ਮੋਹ ਲੈਂਦੀ ਸੀ ਤੇ ਇਸੇ ਕਾਰਨ ਅਵਿਨਾਸ਼, ਰਵੀ ਤੇ ਪ੍ਰੋਫੈਸਰ ਵਿਰਕ ਵਰਗੇ ਉਸ ਵੱਲ ਖਿੱਚੇ ਗਏ। ਉਸਦੇ ਰਵੀ ਨਾਲ ਪਿਆਰ ਸੰਬੰਧ। ਰਵੀ ਉਸਦੀ ਜ਼ਿੰਦਗੀ ਵਿੱਚ ਆਉਣ ਵਾਲਾ ਦੂਜਾ ਮਰਦ ਸੀ। ਉਸ ਤੋਂ ਪਹਿਲਾਂ ਉਸਦੇ ਕਰਨ ਬਰਾੜ ਨਾਲ ਸੰਬੰਧ ਸਨ ਜੋ PCS ਵਿੱਚ ਸਿਲੈਕਟ ਹੋਣ ਮਗਰੋਂ ਉਸਨੂੰ ਛੱਡ ਗਿਆ ਸੀ। ਫਿਰ ਰਵੀ ਉਸਦੀ ਜ਼ਿੰਦਗੀ ਵਿੱਚ ਆ ਗਿਆ ਜਿਸ ਦੇ ਨਾਲ ਉਹ ਪਿਆਰ ਦੀ ਗੂੜ੍ਹੀ ਸਾਂਝ ਰੱਖਦੀ ਸੀ ਤੇ ਰਾਤਾਂ ਉਸ ਕੋਲ ਰਹਿ ਜਾਂਦੀ ਸੀ। ਜਦੋਂ ਉਸਨੇ ਦੇਖਿਆ ਕਿ ਉਹ ਸਿਰਫ ਹਮਬਿਸਤਰ ਹੋਣ ਸਮੇਂ ਹੀ ਉਸਦੇ ਨਾਲ ਹੁੰਦਾ ਹੈ, ਬਾਕੀ ਸਮਾਂ ਸਿਧਾਂਤਾਂ ਤੇ ਕਿਤਾਬਾਂ ਵਿੱਚ ਗੁਆਚਿਆ ਰਹਿੰਦਾ ਹੈ, ਤਾਂ ਜਦੋਂ ਵੀ ਉਸਨੇ ਉਸ ਅੱਗੇ ਵਿਆਹ ਦੀ ਪੇਸ਼ਕਸ਼ ਕੀਤੀ ਤਾਂ ਉਸਨੇ ਟਾਲ ਦਿੱਤਾ। ਅਸਲ ਵਿੱਚ ਰਵੀ ਨੂੰ ਮਿਲਦਿਆਂ ਉਸਦਾ ਉਸ ਉੱਤੇ ਘਰ ਵਰਗਾ ਸਹਿਜ ਭਰੋਸਾ ਟੁੱਟਦਾ ਗਿਆ। ਉਸਨੂੰ ਪਤਾ ਹੀ ਨਹੀਂ ਸੀ ਲੱਗਦਾ ਕਿ ਕਿਸੇ ਮਾਮਲੇ ਬਾਰੇ ਉਸਦੀ ਪ੍ਰਤੀਕਿਰਿਆ ਕੀ ਹੋਵੇਗੀ। ਕਈ ਵਾਰੀ ਉਹ ਇੱਕਦਮ ਭੜਕ ਪੈਂਦਾ ਜਿਵੇਂ ਕੋਈ ਦੌਰਾ ਪੈ ਗਿਆ ਹੋਵੇ ਤੇ ਉਹ ਉਸਨੂੰ ਮਾਨਸਿਕ ਰੋਗੀ ਸਮਝਣ ਲੱਗੀ ਸੀ। ਕਦੀ-ਕਦੀ ਉਸਨੂੰ ਉਸਦੇ ਗੁੱਸੇ ਤੋਂ ਡਰ ਲੱਗਣ ਲੱਗਾ ਸੀ। ਅਸਲ ਵਿੱਚ ਉਹ ਚਾਹੁੰਦੀ ਸੀ ਕਿ ਰਵੀ ਦੀ ਹਰ ਸਰਗਰਮੀ ਉਸਦੇ ਦੁਆਲੇ ਘੁੰਮੇ, ਪਰ ਉਸਨੂੰ ਆਪਣੇ ਖੋਜ ਤੇ ਪੜ੍ਹਨ ਦੇ ਕੰਮਾਂ ਵਿੱਚ ਰੁੱਝਾ ਦੇਖ ਕੇ ਉਹ ਉਸਨੂੰ ਕਹਿ ਦਿੰਦੀ ਕਿ ਉਸ ਕੋਲ ਤਾਂ ਉਸ ਲਈ ਟਾਈਮ ਹੀ ਨਹੀਂ। ਉਹ ਉਸਨੂੰ ਇੱਕ ਕਾਲ ਗਰਲ ਸਮਝਦਾ ਹੈ ਜਿਸਨੂੰ ਜਦੋਂ ਲੋੜ ਪਈ ਬੁਲਾ ਲਿਆ ਤੇ ਫਿਰ ਆਪਣੇ ਕੰਮ ਵਿੱਚ ਲੱਗ ਗਏ। ਉਂਝ ਉਹ ਉਸਦੀ ਦੋਸਤੀ 'ਤੇ ਮਾਣ ਕਰਦੀ ਸੀ, ਪਰੰਤੂ ਉਸ ਨਾਲ ਜੁੜ ਕੇ ਉਸਦਾ ਘਰ ਦਾ ਸੁਪਨਾ ਦੂਰ ਹੋ ਗਿਆ ਸੀ ਤੇ ਕਈ ਵਾਰੀ ਉਹ ਉਸ ਤੋਂ ਅੱਕ ਜਾਂਦਾ ਤੇ ਕਈ ਵਾਰੀ ਉਹ ਇਸ ਤੋਂ ਅੱਕ ਜਾਂਦੀ। ਫਿਰ ਜਦੋਂ ਉਹ ਅਵਿਨਾਸ਼ ਨੂੰ ਮਿਲੀ ਤਾਂ ਉਸਦਾ ਘਰ ਦਾ ਸੁਪਨਾ ਮੁੜ ਉਛਲ ਕੇ ਸਾਹਮਣੇ ਆ ਗਿਆ। ਇਹ ਸ਼ਾਇਦ ਇਸ ਕਰਕੇ ਵੀ ਸੀ ਕਿਉਂਕਿ ਉਹ ਵਿਆਹ ਕਰਾ ਕੇ ਬਾਹਰ ਜਾਣਾ ਤੇ ਐਸ਼ ਦੀ ਜ਼ਿੰਦਗੀ ਜਿਉਣਾ ਚਾਹੁੰਦੀ ਸੀ। ਇਸ ਕਰਕੇ ਉਸਨੇ ਅਵਿਨਾਸ਼ ਨਾਲ ਘੁੰਮਣਾ ਤੇ ਹਮਬਿਸਤਰ ਹੋਣਾ ਸ਼ੁਰੂ ਕਰ ਦਿੱਤਾ ਤੇ ਰਵੀ ਨੂੰ ਇਸਦੀ ਭਣਕ ਤੱਕ ਨਾ ਲੱਗਣ ਦਿੱਤੀ। ਰਵੀ ਨੂੰ ਉਸਦੀਆਂ ਸਰਗਰਮੀਆਂ ਤੇ ਵਿਆਹ ਦਾ ਪਤਾ ਰਜਨੀ ਬਾਲਾ ਤੋਂ ਲੱਗਾ। ਇਸ ਖਬਰ ਨਾਲ ਉਹ ਬਹੁਤ ਪਰੇਸ਼ਾਨ ਹੋਇਆ। ਫਿਰ ਉਸਨੇ ਆਪਣੇ ਵਿਆਹ ਦਾ ਕਾਰਡ ਉਸਨੂੰ ਦਿੱਤਾ, ਪਰੰਤੂ ਉਹ ਸਮਾਗਮ ਵਿੱਚ ਸ਼ਾਮਲ ਨਾ ਹੋਇਆ। ਫਿਰ ਉਸਨੇ ਸ਼੍ਰੀਨਗਰ ਤੋਂ ਰਵੀ ਨੂੰ ਫੋਨ ਕਰਕੇ ਦੱਸਿਆ ਕਿ ਉਹ ਟੈਕਸੀ ਰਾਹੀਂ ਜੰਮੂ ਤੇ ਉੱਥੋਂ ਹਵਾਈ ਜਹਾਜ਼ ਰਾਹੀਂ ਸ਼੍ਰੀਨਗਰ ਪਹੁੰਚੀ ਹੈ। ਉਸਨੇ ਉਸਦੇ ਵਿਆਹ ਉੱਤੇ ਨਾ ਪਹੁੰਚਣ ਦਾ ਗਿਲਾ ਤਾਂ ਕੀਤਾ, ਪਰ ਆਪਣੇ ਉਸ ਨਾਲ ਸੰਬੰਧ ਤੋੜਨ ਸੰਬੰਧੀ ਰਸਮੀ ਜਿਹਾ ਸੌਰੀ ਵੀ ਨਾ ਕਿਹਾ, ਜਿਸਦਾ ਰਵੀ ਨੂੰ ਬਹੁਤ ਦੁੱਖ ਸੀ। ਉਹ ਚਾਹੁੰਦਾ ਸੀ ਕਿ ਰਿਸ਼ਤਿਆਂ ਵਿੱਚ ਸੁਹਿਰਦਤਾ ਹੋਣੀ ਚਾਹੀਦੀ ਹੈ, ਪਰ ਮਾਲਤੀ ਅਜਿਹੀ ਨਹੀਂ ਸੀ।
ਉਹ ਦੇਹ ਸੁੱਖ ਦੀ ਆਜ਼ਾਦੀ ਤਾਂ ਮੰਨਣਾ ਚਾਹੁੰਦੀ ਸੀ, ਪਰ ਬਾਕੀ ਜ਼ਿੰਦਗੀ ਪੁਰਾਤਨ ਲਈ ਉੱਤੇ ਹੀ ਤੋਰਨੀ ਚਾਹੁੰਦੀ ਸੀ। ਰਵੀ ਇਸ ਗੱਲ ਨੂੰ ਵੀ ਸਮਝਣ ਲੱਗਾ ਕਿ ਉਸਦਾ ਉਸ ਨਾਲ ਵਿਆਹ ਨਾ ਹੋਣਾ ਚੰਗੀ ਗੱਲ ਹੋਈ ਹੈ, ਕਿਉਂਕਿ ਉਹ ਬਾਅਦ ਵਿੱਚ ਉਸਨੂੰ ਛੱਡ ਸਕਦੀ ਸੀ। ਉਹ ਸੋਚਦਾ ਸੀ ਕਿ ਸ਼ਾਇਦ ਅਵਿਨਾਸ਼ ਵੀ ਉਸਦੀ ਜ਼ਿੰਦਗੀ ਦਾ ਆਖਿਰ ਮੰਜ਼ਿਲ ਨਾ ਹੋਵੇ, ਕਿਉਂਕਿ ਫ਼ੋਨ ਕਾਲ ਸਮੇਂ ਉਸਨੇ ਉਸਦੇ ਆਪਣੇ ਕੰਮਾਂ ਵਿੱਚ ਰੁੱਝਾ ਹੋਣ ਤੇ ਆਪਣੇ ਮਨ ਵਿੱਚ ਪੈਦਾ ਹੋਈ ਤਰੇੜ ਨੂੰ ਬਿਆਨ ਕੀਤਾ ਸੀ। ਰਵੀ ਸਮਝਦਾ ਸੀ ਕਿ ਉਸਨੇ ਉਸਨੂੰ ਟਾਈਮ ਪਾਸ ਲਈ ਵਰਤਿਆ ਹੈ। ਅਜਿਹਾ ਸੋਚਦਿਆਂ ਕਾਫੀ ਚਿਰ ਪਰੇਸ਼ਾਨ ਰਹਿਣ ਮਗਰੋਂ ਜਦੋਂ ਉਹ ਆਪਣੇ ਕੰਮ ਵੱਲ ਧਿਆਨ ਦੇਣ ਲੱਗਾ ਤਾਂ ਉਸਨੇ ਸਮਝਿਆ ਕਿ ਉਹ ਆਪਣੇ ਸਹੀ ਥਾਂ ਚਲੀ ਗਈ ਹੈ। ਚੁਸਤ ਚਲਾਕ ਅਤੇ ਧੋਖੇਬਾਜ਼। ਉਹ ਬੜੀ ਚੁਸਤ ਚਲਾਕ ਤੇ ਧੋਖੇਬਾਜ਼ ਸੀ। ਉਹ ਆਪਣਾ ਉੱਲੂ ਸਿੱਧਾ ਕਰਨ ਲਈ ਹਰ ਪ੍ਰਕਾਰ ਦੀ ਚੁਸਤੀ ਚਲਾਕੀ ਵਰਤ ਲੈਂਦੀ ਸੀ। ਜਦੋਂ ਉਸਦੇ ਅਵਿਨਾਸ਼ ਨਾਲ ਸੰਬੰਧ ਜੁੜੇ ਤੇ ਫਿਰ ਉਹ ਰਵੀ ਨੂੰ ਮਿਲੀ ਤਾਂ ਉਸਨੇ ਉਸਨੂੰ ਜ਼ਰਾ ਵੀ ਅਜਿਹਾ ਪ੍ਰਭਾਵ ਨਾ ਦਿੱਤਾ ਕਿ ਉਹ ਉਸਨੂੰ ਛੱਡ ਰਹੀ ਹੈ। ਫਿਰ ਉਸਨੇ ਆਪਣੇ ਆਪ ਨੂੰ ਵਿਆਹ ਤੋਂ ਪਹਿਲਾਂ ਕਿਸੇ ਮਰਦ ਨਾਲ ਹਮਬਿਸਤਰ ਹੋਣ ਦੀ ਹਕੀਕਤ ਨੂੰ ਛੁਪਾਉਣ ਲਈ ਸਮੇਂ ਸਿਰ ਚੰਡੀਗੜ੍ਹ ਦੇ ਇੱਕ ਕਲੀਨਿਕ ਤੋਂ ਆਪਣੀ ਕੁਆਰ ਝਿੱਲੀ ਦਾ ਪੁਨਰ ਸਥਾਪਨ ਕਰਾ ਲਿਆ ਤੇ ਇਸ ਤਰ੍ਹਾਂ ਉਹ ਅਵਿਨਾਸ਼ ਉੱਤੇ ਇਹ ਪ੍ਰਭਾਵ ਪਾਉਣ ਲਈ ਬੁਰੀ ਤਰ੍ਹਾਂ ਕਾਮਯਾਬ ਰਹੀ ਕਿ ਉਹ ਬਿਲਕੁਲ ਪਾਕ ਪਵਿੱਤਰ ਭਾਰਤੀ ਨਾਰੀ ਹੈ। ਫਲਸਰੂਪ ਅਵਿਨਾਸ਼ ਸਮਝਦਾ ਹੈ ਕਿ ਉਸ ਵਰਗੀ ਪਾਕ ਪਵਿੱਤਰ ਕੁੜੀ ਮਿਲਣੀ ਬੜੀ ਮੁਸ਼ਕਿਲ ਹੈ, ਜੋ ਮਾਡਰਨ ਵੀ ਹੋਵੇ ਪਰ ਉਸਨੇ ਆਪਣੀ ਇੱਜ਼ਤ ਵੀ ਬਚਾ ਕੇ ਰੱਖੀ ਹੋਵੇ। ਐਸ਼ ਪ੍ਰਸਤ ਤੇ ਆਪਣਾ ਉੱਲੂ ਸਿੱਧਾ ਕਰਨ ਵਾਲੀ। ਜਦੋਂ ਰਵੀ ਉਸਨੂੰ ਕਹਿੰਦਾ ਹੈ ਕਿ ਉਹ ਕਿਸੇ ਦਾ ਪੈਰ ਮਿੱਧ ਕੇ ਧੋਖਾ ਦੇ ਕੇ ਅੱਗੇ ਵਧਣ ਵਾਲਾ ਕੰਮ ਨਹੀਂ ਕਰ ਸਕਦਾ ਤਾਂ ਇਹ ਉਸਨੂੰ ਕਹਿੰਦੀ ਹੈ, ਜਦੋਂ ਸਾਰੇ ਨਾਲਦਿਆਂ ਦੇ ਪੈਰ ਮਿੱਧ ਕੇ ਅਗਾਂਹ ਭੱਜ ਰਹੇ ਹੋਣ ਤਾਂ ਇਸ ਵਿੱਚ ਸ਼ਾਮਿਲ ਹੋ ਜਾਣਾ ਚਾਹੀਦਾ ਹੈ, ਨਹੀਂ ਤਾਂ ਭੀੜ ਤੁਹਾਨੂੰ ਦਰੜ ਕੇ ਅਗਾਂਹ ਲੰਘ ਜਾਵੇਗੀ। ਇਸ ਤਰ੍ਹਾਂ ਉਹ ਪੈਸੇ ਤੇ ਐਸ਼ ਪ੍ਰਸਤੀ ਦਾ ਜੀਵਨ ਜਿਉਣ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੀ ਸੀ। ਘਰੋਂ ਆਰਥਿਕ ਤੌਰ ਤੇ ਮਜ਼ਬੂਤ। ਮਾਲਤੀ ਰਵੀ ਦੇ ਮੁਕਾਬਲੇ ਘਰੋਂ ਆਰਥਿਕ ਤੌਰ ਤੇ ਮਜ਼ਬੂਤ ਸੀ। ਕਾਲਜ ਦੀ ਨੌਕਰੀ ਤਾਂ ਉਸ ਲਈ ਇੱਕ ਸ਼ੁਗਲ ਸੀ। ਉਸਦੀ ਮਾਂ ਟੀਚਰ ਸੀ, ਬਾਪ ਦੀ ਸਪੇਅਰ ਪਾਰਟਸ ਦੀ ਦੁਕਾਨ ਸੀ ਅਤੇ ਭਰਾ ਤੇ ਭਰਜਾਈ ਯੂਨੀਅਨ ਬੈਂਕ ਵਿੱਚ ਨੌਕਰੀ ਕਰਦੇ ਸਨ। ਉਸਨੂੰ ਤਨਖਾਹ ਨਾਲ ਗੁਜ਼ਾਰਾ ਕਰਨ ਤੇ ਹੋਰ ਖਰਚੇ ਪੂਰੇ ਕਰਨ ਦਾ ਫਿਕਰ ਨਹੀਂ ਸੀ। ਉਹ ਲੋੜ ਪੈਣ ਤੇ ਘਰੋਂ ਪੈਸੇ ਮੰਗਵਾ ਲੈਂਦੀ ਸੀ ਤੇ ਘਰ ਦੇ ਉਸਦੇ ਵਿਆਹ ਦੀ ਉਡੀਕ ਵਿੱਚ ਉਸਨੂੰ ਦੇਈ ਜਾਂਦੇ ਸਨ। ਮਖੌਲੀਆ। ਉਹ ਮਖੌਲੀਆ ਸੁਭਾਅ ਵਾਲੀ ਸੀ। ਉਹ ਜਦੋਂ ਰਵੀ ਨੂੰ ਛੁੱਟੀਆਂ ਵਿੱਚ ਕਿਤੇ ਬਾਹਰ ਘੁੰਮਣ ਜਾਣ ਲਈ ਕਹਿੰਦੀ ਹੈ ਤਾਂ ਉਹ ਕਹਿੰਦਾ ਹੈ ਕਿ ਉਹ ਗਰੀਬ ਆਦਮੀ ਅਜਿਹਾ ਨਹੀਂ ਕਰ ਸਕਦਾ ਤੇ ਇਹ ਉਹਨਾਂ ਵਰਗੇ ਅਮੀਰਾਂ ਦੇ ਚੋਚਲੇ ਹਨ। ਇਹ ਸੁਣ ਕੇ ਉਹ ਮਖੌਲੀਆ ਅੰਦਾਜ਼ ਵਿੱਚ ਕਹਿੰਦੀ ਹੈ, ਸਾਡੇ ਵਰਗੇ ਲੋਕਾਂ ਨੂੰ ਫਿਰ ਕੁਲੀ ਮਜ਼ਦੂਰ ਵੀ ਚਾਹੀਦੇ ਹੁੰਦੇ ਐ, ਸਮਾਨ ਚੁੱਕਣ ਲਈ ਤਾਂ ਜਾ ਸਕਦਾ ਨਾਲ। ਗੱਲੀਂ ਬਾਤੀਂ ਔਰਤਾਂ ਦੀ ਆਜ਼ਾਦੀ ਤੇ ਸਵੈਮਾਨ ਦੀ ਗੱਲ ਕਰਨ ਵਾਲੀ। ਹਿੰਦੀ ਵਾਲਾ ਅਸ਼ਲੀਲ ਸ਼ੈਲੀ ਕਹਿੰਦਾ ਹੈ ਕਿ ਉਸਦੀ ਪਤਨੀ ਜਦੋਂ ਦੀ ਸਰਕਾਰੀ ਨੌਕਰੀ ਮਿਲਣ ਤੇ 27,000 ਲੈਣ ਲੱਗੀ ਹੈ ਤਾਂ ਅੱਖਾਂ ਦਿਖਾਉਂਦੀ ਹੈ। ਇਹ ਸੁਣ ਕੇ ਮਾਲਤੀ ਕਹਿੰਦੀ ਹੈ, ਪਹਿਲਾਂ ਤੁਸੀਂ ਅੱਖਾਂ ਵਿਖਾਉਂਦੇ ਹੋਵੋਗੇ, ਜੇ ਮਰਦ ਅੱਖਾਂ ਦਿਖਾਉਂਦਾ ਰਹੇ ਤਾਂ ਕੋਈ ਗੱਲ ਨਹੀਂ, ਪਰ ਜੇ ਔਰਤ ਆਪਣੇ ਆਪ ਤੇ ਅਸਰਟ ਕਰੇ ਤਾਂ ਫਿਰ ਕਿਉਂ ਚੀਕਦੇ ਹੋ। ਜਿੰਨਾ ਔਰਤ ਨੇ ਯੁੱਗਾਂ ਤੋਂ ਜ਼ਰਿਆ ਹੈ, ਹੁਣ ਹਿਸਾਬ ਕਿਤਾਬ ਤਾਂ ਬਰਾਬਰ ਕਰੇਗੀ ਹੀ। ਇਸ ਤਰ੍ਹਾਂ ਉਹ ਔਰਤ ਦੀ ਆਜ਼ਾਦੀ ਤੇ ਸਵੈਮਾਨ ਦੀ ਗੱਲ ਤਾਂ ਕਰਦੀ ਹੈ। ਇਸੇ ਕਰਕੇ ਉਹ ਰਵੀ ਨਾਲ ਹਮਬਿਸਤਰ ਹੋਣ ਤੱਕ ਦੀ ਖੇਡ ਵਿੱਚ ਪੂਰੀ ਖੁੱਲ੍ਹ ਲੈਂਦੀ ਹੈ, ਪਰ ਮਗਰੋਂ ਉਹ ਆਪਣੀ ਇਸ ਖੁੱਲ੍ਹ ਨੂੰ ਆਪਣੇ ਹੋਣ ਵਾਲੇ ਪਤੀ ਅਵਿਨਾਸ਼ ਤੋਂ ਲੁਕਾਉਣ ਲਈ ਆਪਰੇਸ਼ਨ ਕਰਾ ਕੇ ਆਪਣੀ ਕੁਆਰ ਝਿੱਲੀ ਦਾ ਪੁਨਰ ਸਥਾਪਨ ਕਰਾ ਲੈਂਦੀ ਹੈ ਤੇ ਉਸ ਅੱਗੇ ਆਪਣੇ ਆਪ ਨੂੰ ਰਵਾਇਤੀ ਤੇ ਸੰਸਕਾਰੀ ਔਰਤ ਜ਼ਾਹਰ ਕਰਨ ਦਾ ਮਕਰ ਕਰਦੀ ਹੈ। ਇਸੇ ਕਰਕੇ ਰਵੀ ਉਸਦੇ ਅਜਿਹੇ ਚੱਲਣ ਨੂੰ ਬਦਕਾਰੀ ਕਹਿੰਦਾ ਹੈ।